ਜਿਸ ਤਰ੍ਹਾਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਔਰ ਇਸ ਤਰ੍ਹਾਂ ਦੀ, ਉਹਨਾਂ ਲੋਕਾਂ ਨੂੰ ਜ਼ਿਆਦਾ ਸੀਰੀਅਸ ਗਿਣਿਆ ਜਾਂਦਾ ਸੀ ਔਰ ਉਹਨਾਂ ਨੂੰ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਨਾ ਪੈਂਦਾ ਸੀ। ਦਰਅਸਲ ਬੁਖਾਰ ਹੁੰਦਾ ਕਿਉਂ ਹੈ ਤੇ ਬੁਖਾਰ ਹੈ ਕੀ ਚੀਜ਼ ਹੈ? 2-3 ਦਿਨ 4 ਦਿਨ ਨਾ ਠੀਕ ਹੋਵੇ ਫਿਰ ਡਾਕਟਰ ਕੋਲ ਜਾਓ ਔਰ ਫਿਰ ਇਲਾਜ ਕਰਾਓ, ਨਹੀਂ ਤਾਂ ਇਹ ਬੁਖਾਰ, ਖਾਂਸੀ, ਜ਼ੁਕਾਮ ਆਪਣੇ ਆਪ ਠੀਕ ਹੋ ਜਾਂਦਾ ਹੈ। ਬੁਖਾਰ ਇਸ ਤਰੀਕੇ ਦਾ ਘਾਤਕ ਰੂਪ ਵੀ ਧਾਰ ਸਕਦਾ ਹੈ ਕਿ ਆਦਮੀ ਦੀ ਜਾਨ ਨੂੰ ਖਤਰਾ ਪੈ ਜਾਵੇ। ਛੋਟੇ ਬੱਚਿਆਂ 'ਚ ਵੀ ਤੇ ਵੱਡਿਆਂ 'ਚ ਵੀ ਕਈ ਬੁਖਾਰ ਇਹੋ ਜਿਹੇ ਵਾਇਰਲ ਹੁੰਦੇ ਨੇ ਜਿਹੜੇ 24 ਘੰਟੇ ਦੇ ਵਿੱਚ ਜਾਂ 48 ਘੰਟੇ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ। ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਹੈਲਥ ਮੰਤਰਾ ਦੇ ਵਿੱਚ। ਦੋਸਤੋ, ਕਈ ਵਾਰ ਚੱਲਦੀ ਹੋਈ ਜ਼ਿੰਦਗੀ ਦੇ ਵਿੱਚ ਰੋਗ ਜਿਹੜਾ ਹੈਗਾ ਉਹ ਦੁੱਖ ਦੀ ਸ਼ਕਲ ਅਖਤਿਆਰ ਕਰਦਾ ਹੋਇਆ ਸਾਡੀ ਜ਼ਿੰਦਗੀ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਸਾਨੂੰ ਘੇਰ ਲੈਂਦਾ ਹੈ। ਲੇਕਿਨ ਸਮੇਂ ਸਿਰ ਅਗਰ ਰੋਗ ਨੂੰ ਪਛਾਣ ਲਿਆ ਜਾਵੇ, ਸਮੇਂ ਸਿਰ ਡਾਕਟਰ ਤੱਕ ਆਪਣੀ ਪਹੁੰਚ ਕਰ ਲਿੱਤੀ ਜਾਵੇ ਤਾਂ ਰੋਗ ਤੋਂ ਨਿਜਾਤ ਵੀ ਪਾਈ ਜਾ ਸਕਦੀ ਹੈ ਅਤੇ ਗੰਭੀਰ ਪਰਿਣਾਮਾਂ ਤੋਂ ਵੀ ਜਿਹੜਾ ਹੈਗਾ ਉਹ ਬਚਿਆ ਜਾ ਸਕਦਾ ਹੈ। ਲਿਹਾਜ਼ਾ ਹੈਲਥ ਮੰਤਰਾ ਦੇ ਤਹਿਤ ਅਸੀਂ ਕਿਸੇ ਨਾ ਕਿਸੇ ਜਨਰਲ ਫਿਜ਼ੀਸ਼ੀਅਨ ਅਤੇ ਵਿਸ਼ੇਸ਼ੱਗ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਲੋਕਾਂ ਨੂੰ ਸੁਚੇਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਸੇ ਦੇ ਚੱਲਦੇ ਹੈਲਥ ਮੰਤਰਾ ਪ੍ਰੋਗਰਾਮ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਅਸ਼ਵਨੀ ਮਲਹੋਤਰਾ ਜੀ, ਜਿਹੜੇ ਜਨਰਲ ਫਿਜ਼ੀਸ਼ੀਅਨ ਨੇ ਅਤੇ ਕਾਬਲ ਡਾਕਟਰ ਆਖੇ ਜਾਂਦੇ ਨੇ। ਬਹਰਹਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਸੀਂ ਜਾਣਾਂਗੇ ਬੁਖਾਰ ਵਰਗੇ ਰੋਗ ਦੇ ਬਾਰੇ। ਇਹ ਕਿਸ ਤਰੀਕੇ ਨਾਲ ਹੁੰਦਾ ਹੈ, ਇਸ ਨੂੰ ਕਿਸ ਤਰੀਕੇ ਨਾਲ ਵਧਣ ਤੋਂ ਰੋਕਿਆ ਜਾ ਸਕਦਾ ਹੈ, ਜੇ ਵੱਧ ਜਾਵੇ ਤਾਂ ਇਹ ਕੀ ਕਰ ਸਕਦਾ ਹੈ। ਇਹਨਾਂ ਸਾਰੀ ਗੱਲਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਣਗੇ ਡਾਕਟਰ ਅਸ਼ਵਨੀ ਮਲਹੋਤਰਾ ਜੀ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਹੈਲਥ ਮੰਤਰਾ ਦੇ ਵਿੱਚ। ਡਾਕਟਰ ਸਾਹਿਬ, ਜੇਕਰ ਬੁਖਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਬੁਖਾਰ ਨੂੰ ਕਈ ਲੋਕ ਬੜੀ ਮਾਮੂਲੀ ਲੈਂਦੇ ਨੇ। ਦਰਅਸਲ ਬੁਖਾਰ ਹੁੰਦਾ ਕਿਉਂ ਹੈ ਤੇ ਬੁਖਾਰ ਹੈ ਕੀ ਚੀਜ਼ ਹੈ? ਬੁਖਾਰ ਸਹੀ ਮਾਇਨੇ ਦੇ ਵਿੱਚ ਕਿਸੇ ਵੀ ਇੱਕ ਬਿਮਾਰੀ ਦਾ ਲੱਛਣ ਹੈ। ਬੁਖਾਰ ਕਈ ਕਾਰਨਾਂ ਦੇ ਨਾਲ ਹੋ ਸਕਦਾ ਹੈ, ਜਿਸ ਤਰ੍ਹਾਂ ਕਿ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਦੱਸਿਆ ਜਾਵੇ ਤਾਂ ਖਾਂਸੀ ਜ਼ੁਕਾਮ ਵੀ, ਛਾਤੀ ਦੇ ਰੋਗਾਂ ਦੇ ਨਾਲ ਵੀ, ਪਿਸ਼ਾਬ ਦੇ ਰੋਗ ਨਾਲ ਵੀ, ਟੀਬੀ ਦੇ ਰੋਗ ਨਾਲ ਵੀ, ਔਰ ਕਈ ਵਾਰੀ ਵਾਇਰਲ ਬੁਖਾਰ ਜਿਸ ਤਰ੍ਹਾਂ ਅੱਜ ਕੱਲ੍ਹ ਕੋਵਿਡ ਚੱਲਿਆ ਹੋਇਆ ਸੀਗਾ ਪਹਿਲੇ ਪਿੱਛੇ, ਉਹ ਵੀ ਇੱਕ ਕਿਸਮ ਦਾ ਵਾਇਰਲ ਇਨਫੈਕਸ਼ਨ ਹੀ ਸੀ। ਵਾਇਰਲ ਹਰ ਤਰੀਕੇ ਦੇ ਮਤਲਬ ਹੁੰਦੇ ਨੇ ਜਿਨ੍ਹਾਂ ਦਾ ਆਪਣੇ ਇੱਕ ਸਮੇਂ ਨਿਸ਼ਚਿਤ ਹੁੰਦਾ ਹੈ ਔਰ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਕੁਝ ਸਮੇਂ ਬਾਅਦ ਕੋਵਿਡ ਆਪਣੇ ਲੱਛਣ ਬਦਲ ਲੈਂਦਾ ਸੀ। ਠੀਕ ਹੈ, ਪਹਿਲੇ ਉਹ 3-4 ਦਿਨ ਕੁਝ ਹੁੰਦਾ ਸੀ, 3-4 ਦਿਨ ਬਾਅਦ ਕੁਝ ਹੁੰਦਾ ਸੀ ਤੇ 3-4 ਦਿਨ ਬਾਅਦ ਉਹ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਸੀ। ਇਹਦੇ ਵਾਸਤੇ ਜਿਹੜੇ ਲੋਕਾਂ ਨੂੰ ਕਈ ਪ੍ਰੋਬਲਮ ਸੀਗੀਆਂ, ਜਿਸ ਤਰ੍ਹਾਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਔਰ ਇਸ ਤਰ੍ਹਾਂ ਦੀ, ਉਹਨਾਂ ਲੋਕਾਂ ਨੂੰ ਜ਼ਿਆਦਾ ਸੀਰੀਅਸ ਗਿਣਿਆ ਜਾਂਦਾ ਸੀ ਔਰ ਉਹਨਾਂ ਨੂੰ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਨਾ ਪੈਂਦਾ ਸੀ। ਇਹ ਤਾਂ ਹੋ ਗਿਆ ਵਾਇਰਲ ਦਾ। ਇਸ ਤਰ੍ਹਾਂ ਹੀ ਕਈ ਪ੍ਰਕਾਰ ਦੇ ਔਰ ਕਈ ਕਾਰਨਾਂ ਦੇ ਨਾਲ ਬੁਖਾਰ ਹੁੰਦਾ ਹੈ, ਜਿਸ ਤਰ੍ਹਾਂ ਕਿ ਮਲੇਰੀਆ ਵੀ ਹੈ, ਡੇਂਗੂ ਵੀ ਹੈ, ਇਸ ਤਰ੍ਹਾਂ ਦੇ ਕਈ ਹੈ। ਔਰ ਕਈ ਬੁਖਾਰ ਜਿਹੜੇ ਹੁੰਦੇ ਨੇ ਉਹ ਬਿਨਾਂ ਕਾਰਨ ਦੇ ਵੀ ਹੁੰਦੇ ਨੇ, ਜਿਹੜੇ ਕਿ ਆਪਣੇ ਆਪ 24 ਘੰਟੇ ਤੋਂ ਲੈ ਕੇ 7 ਦਿਨਾਂ ਦੇ ਵਿੱਚ ਖਤਮ ਹੋ ਜਾਂਦੇ ਨੇ। ਅਸੀਂ ਵੀ ਉਹਨਾਂ ਨੂੰ ਵਾਇਰਲ ਬੁਖਾਰ ਕਹਿੰਦੇ ਹਾਂ। ਔਰ ਕਈ ਐਸੇ ਤਰੀਕੇ ਦੇ ਕੈਂਸਰ ਵੀ ਨੇ ਜਿਹੜੇ ਕਿ ਐਂਡ ਸਟੇਜ ਦੇ ਵਿੱਚ ਹੁੰਦੇ ਨੇ ਤੇ ਉਹਦੇ ਕਰਕੇ ਵੀ ਬੁਖਾਰ ਹੁੰਦਾ ਹੈ ਜੀ। ਬੁਖਾਰ ਕਿਸੇ ਵੀ ਬਿਮਾਰੀ ਦਾ ਇੱਕ ਲੱਛਣ ਹੈ। ਡਾਕਟਰ ਸਾਹਿਬ, ਬੁਖਾਰ ਅਗਰ ਕਿਸੇ ਨੂੰ ਹੁੰਦਾ ਤੇ ਕਈ ਵਾਰ ਲੋਕ ਖੁਦ ਹੀ ਜਿਹੜਾ ਹੈਗਾ ਉਹ ਨੀਮ ਹਕੀਮ ਬਣਦੇ ਹੋਏ ਆਪ ਹੀ ਆਪਣੀ ਦਵਾ ਦਾਰੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਬੁਖਾਰ ਜੇ ਹੋਵੇ ਤਾਂ ਕਿੱਦਾਂ ਆਮ ਬੰਦੇ ਨੂੰ ਪਤਾ ਲੱਗੇ ਕਿ ਉਹਨੂੰ ਡਾਕਟਰ ਕੋਲ ਇਸ ਵੇਲੇ ਪਹੁੰਚ ਜਾਣਾ ਚਾਹੀਦਾ ਹੈ, ਦੇਰ ਨਹੀਂ ਕਰਨੀ ਚਾਹੀਦੀ? ਸਭ ਤੋਂ ਪਹਿਲਾ ਨੰਬਰ ਤੇ ਇਹੀ ਹੈ ਕਿ ਕੋਈ ਵੀ ਬੁਖਾਰ ਹੋਵੇ ਉਹਨੂੰ ਇੱਕ ਦਿਨ ਵਾਸਤੇ ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ। ਜੇ ਉਹ ਬੁਖਾਰ ਬਹੁਤ ਤੇਜ਼ ਨਹੀਂ ਹੈ ਤਾਂ ਛੋਟੇ ਬੱਚਿਆਂ 'ਚ ਵੀ ਤੇ ਵੱਡਿਆਂ 'ਚ ਵੀ ਕਈ ਬੁਖਾਰ
ਇਹੋ ਜਿਹੇ ਵਾਇਰਲ ਹੁੰਦੇ ਨੇ ਜਿਹੜੇ 24 ਘੰਟੇ ਦੇ ਵਿੱਚ ਜਾਂ 48 ਘੰਟੇ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ। ਜਿਹੜੇ ਬੁਖਾਰ 24 ਘੰਟੇ ਜਾਂ 48 ਘੰਟੇ ਤੋਂ ਉੱਪਰ ਟੱਪ ਜਾਣ ਤਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦੂਸਰਾ ਨੰਬਰ, ਕਦੀ ਵੀ ਮਰੀਜ਼ ਨੂੰ ਕਿਸੇ ਵੀ ਦਵਾਈਆਂ ਵਾਲੀ ਦੁਕਾਨ ਤੋਂ ਦਵਾਈ ਆਪ ਲੈ ਕੇ ਖਾਣੀ ਨਹੀਂ ਚਾਹੀਦੀ, ਜਿਹਦੇ ਨਾਲ ਕਿ ਅੱਗੇ ਡਾਕਟਰ ਦੇ ਨੂੰ ਉਹਨੂੰ ਡਾਇਗਨੋਸ ਕਰਨ ਦੇ ਵਿੱਚ ਪ੍ਰੋਬਲਮ ਆਵੇ। ਇਸ ਕਰਕੇ ਉਸ ਬੰਦੇ ਨੂੰ ਕਦੀ ਵੀ ਕੈਮਿਸਟ ਕੋਲ ਜਾ ਕੇ ਜਾਂ ਕਿਸੇ ਵੀ ਕੋਲ ਜਾ ਕੇ ਇੱਦਾਂ ਦੱਸ, ਜੇ ਉਹ ਘਰ ਆਪਣਾ ਥੋੜ੍ਹਾ ਬਹੁਤ ਕਰਨਾ ਵੀ ਚਾਹੁੰਦਾ ਹੈ ਤਾਂ ਉਹ ਪੈਰਾਸਟਾਮੋਲ ਦੀ ਗੋਲੀ ਲੈ ਸਕਦਾ ਹੈ ਜਾਂ ਬੱਚੇ ਨੂੰ ਪੈਰਾਸਟਾਮੋਲ ਦਾ ਸਿਰਪ ਪਿਆ ਸਕਦਾ ਹੈ। ਬੁਖਾਰ ਨੂੰ 102 ਤੋਂ ਉੱਪਰ ਨਹੀਂ ਵਧਣ ਦੇਣਾ ਚਾਹੀਦਾ। ਬੱਚਿਆਂ 'ਚ ਵੀ ਤੇ ਵੱਡਿਆਂ 'ਚ ਵੀ ਉਹਨੂੰ ਕੰਟਰੋਲ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜ਼ਰੂਰੀ ਇਹੀ ਕੰਮ ਹੈ 2 ਦਿਨ ਵਾਸਤੇ। ਡਾਕਟਰ ਸਾਹਿਬ, ਅਗਰ ਬੁਖਾਰ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਗੱਲ ਦੱਸੀ ਕਿ ਮਲੇਰੀਆ ਵੀ ਆਪਣੇ ਆਪ 'ਚ ਇੱਕ ਬੁਖਾਰ ਹੈ, ਡੇਂਗੂ ਵੀ ਆਪਣੇ ਆਪ 'ਚ ਇੱਕ ਬੁਖਾਰ ਹੈ। ਮੰਨ ਲਓ ਇੱਕ ਬੰਦੇ ਨੂੰ ਬੁਖਾਰ ਹੋਇਆ, ਉਹਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ, ਤੇ ਉਹ ਜਾਂ ਇਸ ਤਰ੍ਹਾਂ ਦੇ ਕੋਈ ਲੱਛਣ ਵੀ ਜਿਹੜੇ ਦੇ ਨਾਲ ਉਹ ਸਮਝ ਜਾਵੇ ਕਿ ਉਹ ਜਿਹੜਾ ਹੈਗਾ ਡੇਂਗੂ ਜਾਂ ਮਲੇਰੀਆ ਦਾ ਸ਼ਿਕਾਰ ਹੋਣ ਜਾ ਰਿਹਾ, ਇਹ ਉਹਨੂੰ ਕਿਵੇਂ ਪਤਾ ਲੱਗੇ? ਦੇਖੋ, ਪਹਿਲਾ ਨੰਬਰ ਤਾਂ ਜਦੋਂ ਵੀ ਮਲੇਰੀਆ ਹੁੰਦਾ ਹੈ, ਸਾਰੀ ਹੀ ਦੁਨੀਆ ਜਾਣਦੀ ਹੈ ਕਿ ਕਾਫੀ ਠੰਡ ਲੱਗ ਕੇ ਬੁਖਾਰ ਚੜ੍ਹਦਾ ਹੈ, ਕਾਂਬੇ ਨਾਲ ਬੁਖਾਰ ਚੜ੍ਹਦਾ ਹੈ। ਪਰ ਹੋਰ ਵੀ 2-3 ਤਰੀਕੇ ਦੇ 4 ਤਰੀਕੇ ਦੇ ਬੁਖਾਰ ਨੇ ਜਿਨ੍ਹਾਂ ਦੇ ਵਿੱਚ ਕਾਂਬੇ ਨਾਲ ਬੁਖਾਰ ਚੜ੍ਹਦਾ ਹੈ, ਜਿਸ ਤਰ੍ਹਾਂ ਕਿ ਨਿਮੋਨੀਆ, ਜਿਸ ਤਰ੍ਹਾਂ ਕਿ ਪਿਸ਼ਾਬ ਦਾ ਇਨਫੈਕਸ਼ਨ, ਇਹਦੇ ਵਿੱਚ ਵੀ ਕਾਂਬੇ ਨਾਲ ਬੁਖਾਰ ਚੜ੍ਹਦਾ ਹੈ। ਪਰ ਮਲੇਰੀਏ ਦੇ ਵਿੱਚ ਕਾਂਬੇ ਨਾਲ ਬੁਖਾਰ ਚੜ੍ਹਦਾ ਹੈ ਔਰ ਉਸ ਤੋਂ ਬਾਅਦ ਉਹ ਉਤਰ ਜਾਂਦਾ ਹੈ, ਪਸੀਨਾ ਆ ਕੇ ਬੁਖਾਰ ਉਤਰ ਜਾਂਦਾ ਹੈ। ਇਹ ਉਹਦਾ ਸਭ ਤੋਂ ਵੱਡਾ ਲੱਛਣ ਹੁੰਦਾ ਹੈ। ਡੇਂਗੂ ਦੇ ਵਿੱਚ ਵੀ ਬੰਦੇ ਨੂੰ ਸਰੀਰ ਬਹੁਤ ਜ਼ਿਆਦਾ ਦੁਖਦਾ ਹੈ, ਸਿਰ ਬਹੁਤ ਜ਼ਿਆਦਾ ਦੁਖਦਾ ਹੈ, ਇੰਨਾ ਜ਼ਿਆਦਾ ਦੁਖਦਾ ਹੈ ਕਿ ਉਹ ਆਪਣੇ ਆਪ ਨੂੰ ਟੋਲਰੇਟ ਨਹੀਂ ਕਰ ਪਾਉਂਦਾ। ਉਹਦੀ ਸਭ ਤੋਂ ਵੱਡੀ ਇਹੀ ਦਵਾਈ ਹੁੰਦੀ ਹੈ ਕਿ ਮੇਰੇ ਪਿੰਡਾ ਬਹੁਤ ਦੁਖਦਾ ਹੈ, ਮੇਰਾ ਸਰੀਰ ਬਹੁਤ ਦੁਖਦਾ ਹੈ। ਉਹਦੇ ਵਿੱਚ ਡੇਂਗੂ ਦੇ ਲੱਛਣ ਹੋ ਸਕਦੇ ਨੇ। ਬਾਕੀ ਅਸੀਂ ਇਹ ਚੀਜ਼ਾਂ ਰੂਲ ਆਊਟ ਕਰਨੀਆਂ ਜਾਂ ਡਾਇਗਨੋਸ ਕਰਨੀਆਂ ਤੇ ਉਹ ਟੈਸਟਾਂ ਤੋਂ ਹੀ ਡਾਇਗਨੋਸ ਹੋ ਸਕਦਾ ਹੈ ਕਿ ਇਹਨੂੰ ਕੀ ਹੈ। ਡਾਕਟਰ ਸਾਹਿਬ, ਜਿਵੇਂ ਹੁਣ ਮੌਸਮ 'ਚ ਬਦਲਾਅ ਆ ਰਿਹਾ ਹੈ, ਸਰਦੀ ਤੋਂ ਅਸੀਂ ਲੋਕ ਗਰਮੀ ਵੱਲ ਵੱਧ ਰਹੇ ਹਾਂ, ਤੇ ਗਰਮੀ ਦੇ ਸੀਜ਼ਨ 'ਚ ਹੁਣ ਅੱਗੇ ਫਸਲਾਂ ਦੇ ਕੱਟਣ ਦਾ ਵੀ ਸੀਜ਼ਨ ਸ਼ੁਰੂ ਹੋ ਰਿਹਾ। ਇਹਦੇ ਵਿੱਚ ਬੁਖਾਰ ਦੇ ਨਾਲ ਨਾਲ ਕਿਹੜੀਆਂ ਅਜਿਹੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਨੇ ਜਿਹੜੀਆਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਘੇਰ ਸਕਦੀਆਂ ਨੇ? ਦੇਖੋ, ਮੌਸਮ ਬਦਲਣ ਦੇ ਨਾਲ ਜਿਹੜੇ ਜਵਾਨ ਨੇ ਜਾਂ ਕਈ ਨੇ ਜਿਹੜੇ ਇੱਕਦਮ ਕੱਪੜੇ ਘੱਟ ਕਰ ਦਿੰਦੇ ਨੇ, ਜੀ, ਉਹਨਾਂ ਨੂੰ ਗਰਮ ਸਰਦ ਹੋਣ ਦੇ ਚਾਂਸ ਹੁੰਦੇ ਨੇ, ਉਹਨਾਂ ਨੂੰ ਖਾਂਸੀ ਜ਼ੁਕਾਮ ਹੋਣ ਦਾ ਚਾਂਸ ਹੋ ਜਾਂਦਾ ਹੈ। ਇਹ ਇੱਕ ਟਾਈਪ ਦਾ ਵਾਇਰਸ ਹੀ ਹੁੰਦਾ ਹੈ ਜਿਹੜਾ ਇਹ ਖਾਂਸੀ ਜ਼ੁਕਾਮ ਕਰਦਾ ਹੈ। ਇਹਦਾ ਜਿਹੜਾ ਟਾਈਮ ਸਪੈਨ ਹੈ ਉਹ 2-3 ਦਿਨ ਦਾ ਹੁੰਦਾ ਹੈ। ਜੀ, ਅਸੀਂ ਜੇ ਉਹਦੇ ਵਾਸਤੇ ਐਂਟੀਬਾਇਓਟਿਕਸ ਖਾਂਦੇ ਰਹੀਏ ਜਾਂ ਇਸ ਤਰ੍ਹਾਂ ਦੀ ਦਵਾਈਆਂ ਕੈਮਿਸਟ ਕੋਲੋਂ ਲੈ ਕੇ ਖਾਂਦੇ ਰਹੀਏ ਤਾਂ ਉਹ ਬੁਖਾਰ ਖਰਾਬ ਹੋ ਸਕਦਾ ਹੈ। ਜੇ ਉਹ ਬੁਖਾਰ 2-3 ਦਿਨ 4 ਦਿਨ ਨਾ ਠੀਕ ਹੋਵੇ ਫਿਰ ਡਾਕਟਰ ਕੋਲ ਜਾਓ ਔਰ ਫਿਰ ਇਲਾਜ ਕਰਾਓ, ਨਹੀਂ ਤਾਂ ਇਹ ਬੁਖਾਰ ਖਾਂਸੀ ਜ਼ੁਕਾਮ ਆਪਣੇ ਆਪ ਠੀਕ ਹੋ ਜਾਂਦਾ ਹੈ, ਜਿਹੜਾ ਕਿ ਐਲਰਜੀ ਕਰਕੇ, ਖਾਂਸੀ ਜ਼ੁਕਾਮ ਕਰਕੇ ਜਾਂ ਮੌਸਮ ਬਦਲਣ ਕਰਕੇ ਵੀ ਹੁੰਦਾ ਹੈ। ਜੀ ਦੋਸਤੋ, ਬਹਰਹਾਲ ਡਾਕਟਰ ਅਸ਼ਵਨੀ ਮਲਹੋਤਰਾ ਜੀ ਜਿਹੜੇ ਜਨਰਲ ਫਿਜ਼ੀਸ਼ੀਅਨ ਨੇ, ਬੁਖਾਰਾਂ ਦੇ ਬਾਰੇ ਦੱਸਦੇ ਹੋਏ ਤੁਸੀਂ ਇਸ ਗੱਲ ਨੂੰ ਤਾਂ ਸਮਝ ਹੀ ਗਏ ਹੋਵੋਗੇ ਕਿ ਹਰ ਬਿਮਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਅਤੇ ਜੇ ਬੁਖਾਰ ਹੋ ਵੀ ਜਾਏ ਤਾਂ ਘਬਰਾਉਣਾ ਵੀ ਨਹੀਂ ਚਾਹੀਦਾ। ਸਮੇਂ ਤੇ ਡਾਕਟਰ ਕੋਲ ਪਹੁੰਚ ਕਰਕੇ ਤੁਸੀਂ ਦਵਾਈ ਲੈ ਸਕਦੇ ਹੋ। ਹਾਂ, ਅਗਰ ਹਲਕਾ ਫੁਲਕਾ ਬੁਖਾਰ ਹੋਵੇ ਤਾਂ ਜਿਵੇਂ ਡਾਕਟਰ ਸਾਹਿਬ ਨੇ ਜਿਹੜੀ ਦਵਾ ਦੱਸੀ ਉਹ ਤੁਸੀਂ ਲੈ ਕੇ ਜਿਹੜਾ ਹੈਗਾ ਉਹ ਰਾਹਤ ਪਾ ਸਕਦੇ ਹੋ। ਕੀ ਡਾਕਟਰ ਸਾਹਿਬ, ਬੁਖਾਰ ਇਸ ਤਰੀਕੇ ਦਾ ਘਾਤਕ ਰੂਪ ਵੀ ਧਾਰ ਸਕਦਾ ਹੈ ਕਿ ਆਦਮੀ ਦੀ ਜਾਨ ਨੂੰ ਖਤਰਾ ਪੈ ਜਾਵੇ? ਲੋਕੀ ਕਹਿੰਦੇ ਵੀ ਬੁਖਾਰ ਜਿਹੜਾ ਉਹ ਦਿਮਾਗ ਨੂੰ ਚੜ ਗਿਆ, ਇਸ 'ਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਸਹੀ ਕਹਿੰਦੇ ਨੇ ਕਿ ਬੁਖਾਰ ਸਿਰ ਨੂੰ ਚੜ ਗਿਆ। ਕਈ ਵਾਰੀ ਤੁਸੀਂ ਬੱਚਿਆਂ ਨੂੰ ਦੇਖਿਆ ਹੋਣਾ ਹੈ, ਈਵਨ ਵੱਡਿਆਂ ਦੇ ਵਿੱਚ ਤੇ ਘੱਟ ਹੁੰਦਾ ਹੈ, ਪਰ ਬੱਚਿਆਂ ਦੇ ਵਿੱਚ, ਛੋਟੇ ਬੱਚਿਆਂ ਦੇ ਵਿੱਚ ਕਈਆਂ ਨੂੰ ਬਹੁਤ ਤੇਜ਼ ਬੁਖਾਰ ਹੋਣ ਦੇ ਨਾਲ ਦੌਰੇ ਪੈਣ ਲੱਗ ਪੈਂਦੇ ਨੇ। ਜੀ, ਉਹਨਾਂ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਫੈਬਰਾਈਲ ਕਨਵਲਸ਼ਨਸ ਕਹਿੰਦੇ ਹਾਂ, ਜਿਹੜਾ ਕਿ ਬੁਖਾਰ ਸਿਰ ਨੂੰ ਚੜ ਜਾਂਦਾ ਹੈ। ਉਹਦੇ ਵਿੱਚ ਮਾਤਾ ਪਿਤਾ ਨੂੰ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੁੰਦੀ।
ਔਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਸਭ ਤੋਂ ਪਹਿਲੇ ਬੱਚੇ ਦੇ ਪਿੰਡੇ ਨੂੰ ਪੂਰੀ ਤਰ੍ਹਾਂ ਨਾਲ ਠੀਕ ਪਾਣੀ ਦੇ ਨਾਲ ਉਹਨੂੰ ਪਹੁੰਚ ਦੇਣਾ ਚਾਹੀਦਾ ਹੈ ਔਰ ਮੱਥੇ ਉੱਤੇ ਪੱਟੀਆਂ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਜੇ ਬੱਚੇ ਨੂੰ ਦੌਰਾ ਪੈ ਗਿਆ ਤੇ ਅਸੀਂ ਦਵਾਈ ਦੇਵਾਂਗੇ ਤੇ ਦਵਾਈ ਉਹਦੀ ਛਾਤੀ 'ਚ ਜਾਣ ਦੇ ਚਾਂਸ ਹੁੰਦੇ ਨੇ, ਜਿਹੜਾ ਕਿ ਹੋਰ ਵੀ ਜ਼ਿਆਦਾ ਘਾਤਕ ਹੋ ਸਕਦਾ। ਉਹ ਬੱਚੇ ਨੂੰ ਛਾਤੀ ਦਾ ਇਨਫੈਕਸ਼ਨ ਹੋ ਜਾਂਦਾ ਹੈ, ਉਹ ਛਾਤੀ ਦੇ ਵਿੱਚ ਦਵਾਈ ਚਲੀ ਜਾਂਦੀ ਹੈ ਸਰ। ਔਰ ਜਿਹੜਾ ਇਹ ਫੈਬਰਾਈਲ ਕਨਵਰਸ਼ਨ ਹੁੰਦਾ ਹੈ, ਇਹ ਜ਼ਿਆਦਾ ਤੋਂ ਜ਼ਿਆਦਾ 2-3 ਮਿੰਟ ਵਾਸਤੇ ਹੀ ਹੁੰਦਾ ਹੈ, ਇਸ ਤੋਂ ਜ਼ਿਆਦਾ ਨਹੀਂ ਹੁੰਦਾ ਜੀ। ਤੇ ਉਹਦੇ ਵਿੱਚ ਇਹੀ ਪ੍ਰੀਕਾਸ਼ਨ ਰੱਖਣੀ ਹੁੰਦੀ ਹੈ ਬੱਚੇ ਨੂੰ ਅੱਗੇ ਤੋਂ ਕਿ ਬਹੁਤ ਤੇਜ਼ ਬੁਖਾਰ ਨਹੀਂ ਹੋਣ ਦੇਣਾ। ਜਦੋਂ ਹੀ ਬੁਖਾਰ 100 ਤੋਂ ਉੱਪਰ ਟੱਪਣ ਲੱਗੇ ਉਸੇ ਟਾਈਮ ਹੀ ਦਵਾਈ ਦੇ ਦਿਓ ਪੈਰਾਸਟਾਮੋਲ। ਫਿਰ ਆਪਣੇ ਡਾਕਟਰ ਨੂੰ, ਭਾਵੇਂ ਠੀਕ ਹੋਣ ਤੋਂ ਬਾਅਦ ਡਾਕਟਰ ਨੂੰ ਕੰਸਲਟ ਕਰੋ। ਘਬਰਾਉਣਾ ਨਹੀਂ ਚਾਹੀਦਾ, ਘਬਰਾਉਣਾ ਨਹੀਂ, ਘਬਰਾਉਣ ਨਾਲ ਕੁਝ ਨਹੀਂ ਬਣਦਾ। ਘਾਤਕ ਇਸ ਲਈ ਹੋ ਸਕਦਾ ਹੈ ਕਿ ਕਈ ਵਾਰੀ ਬਹੁਤ ਹੀ ਘੱਟ ਚਾਂਸ ਹੁੰਦੇ ਨੇ ਕਿ ਬਹੁਤ ਹੀ ਹਾਈ ਬੁਖਾਰ ਚੱਲ ਜਾਏ, ਤੇਜ਼ ਚਲੇ ਜਾਵੇ, ਤਾਂ ਕਿਸੇ ਦੀ ਡੈਥ ਹੋ ਸਕਦੀ ਹੈ, ਨਹੀਂ ਤਾਂ ਨਹੀਂ। ਜਾਂ ਕੋਈ ਕੰਪਲੀਕੇਸ਼ਨਸ ਹੋ ਜਾਣ, ਜਿਸ ਤਰ੍ਹਾਂ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਕਈਆਂ ਨੂੰ ਕੰਪਲੀਕੇਸ਼ਨਸ ਹੋ ਗਈਆਂ, ਨਿਮੋਨੀਆ ਹੋ ਗਿਆ, ਇਸ ਤਰ੍ਹਾਂ ਦੀਆਂ ਕੰਪਲੀਕੇਸ਼ਨਸ ਹੋ ਗਈਆਂ, ਤਾਂ ਉਹਨਾਂ ਨੂੰ ਬੁਖਾਰ ਹੋਇਆ। ਜਿਹੜੀ ਕਿ ਸਾਡੀ ਸੈਕੰਡ ਵੇਵ ਆਈ, ਉਸ ਵੇਵ ਦੇ ਵਿੱਚ ਲੋਕਾਂ ਨੂੰ ਨਿਮੋਨੀਆ ਬਹੁਤ ਹੋਇਆ, ਜਿਹੜਾ ਸਭ ਤੋਂ ਵੱਡਾ ਕਾਰਨ ਬਣਿਆ ਡੈਥਸ ਦਾ। ਜੀ ਡਾਕਟਰ ਸਾਹਿਬ, ਅਗਰ ਕੁਝ ਹੋਰ ਬੁਖਾਰ ਟਾਈਪ ਬਿਮਾਰੀਆਂ ਦੀ ਗੱਲ ਕੀਤੀ ਜਾਵੇ, ਕਿਉਂਕਿ ਬਿਹਾਰ ਔਰ ਯੂਪੀ ਦੇ ਵਿੱਚ ਦੇਖਿਆ ਜਾਂਦਾ ਕਈ ਬੱਚੇ ਜਿਹੜੇ ਹੈਗੇ ਆ ਕਿਸੇ ਵਾਇਰਸ ਦੇ ਚੱਲਦੇ ਕਾਫੀ ਮੌਤਾਂ ਦਾ ਸ਼ਿਕਾਰ ਬਣੇ। ਉਹ ਕੀ ਵਿਗੜਿਆ ਹੋਇਆ ਬੁਖਾਰ ਹੁੰਦਾ ਹੈ ਜਾਂ ਉਹ ਵਿਗੜਿਆ ਹੋਇਆ ਬੁਖਾਰ ਨਹੀਂ ਹੈ, ਉਹ ਇੱਕ ਟਾਈਪ ਦਾ ਵਾਇਰਸ ਹੀ ਐਨਸੈਫਲਾਈਟਸ ਹੁੰਦਾ ਹੈ। ਜੀ, ਐਨਸੈਫਲਾਈਟਸ ਹੁੰਦਾ ਹੈ, ਉਹ ਦਿਮਾਗ ਦੇ ਵਿੱਚ ਹੀ ਇੱਕ ਤਰੀਕੇ ਦਾ ਬੁਖਾਰ ਹੈ, ਜਿਹੜਾ ਕਿ ਗੰਦੇਪਨ ਦੇ ਨਾਲ ਔਰ ਇਹ ਚੀਜ਼ਾਂ ਨਾਲ ਹੀ ਪੈਦਾ ਹੁੰਦਾ ਹੈ। ਜਿਹੜਾ ਕਿ ਯੂਪੀ ਗੌਰਮੈਂਟ ਨੇ ਉਸ ਏਰੀਏ ਨੂੰ ਆਇਡੈਂਟੀਫਾਈ ਕੀਤਾ, ਉਹਦੇ ਕਾਰਨਾਂ ਨੂੰ ਆਇਡੈਂਟੀਫਾਈ ਕੀਤਾ, ਔਰ ਹੁਣ ਉਸ ਏਰੀਏ ਦੇ ਵਿੱਚ ਇਹ ਕੇਸਿਸ ਬਹੁਤ ਘੱਟ ਹੁੰਦੇ ਨੇ। ਮੈਂ ਹੁਣੀ ਹੀ ਥੋੜ੍ਹੇ ਦਿਨ ਪਹਿਲੇ ਦੇਖਿਆ ਸੀ ਕਿ ਉਸ ਏਰੀਆ ਦੇ ਵਿੱਚ ਬਹੁਤ ਘੱਟ ਮਰੀਜ਼ ਇਸ ਚੀਜ਼ ਦੇ ਬਿਮਾਰੀ ਦੇ। ਹੁਣ ਉਹ ਤੁਸੀਂ ਕਦੀ ਇਹ ਟੀਵੀ 'ਚ ਵੀ ਨਹੀਂ ਦੇਖਿਆ ਹੋਣਾ ਕਿ ਐਨਸੈਫਲਾਈਟਸ ਦੇ ਨਾਲ ਇਸ ਤਰ੍ਹਾਂ ਮੌਤ ਹੋ ਗਈ। ਬਿਲਕੁਲ ਉਹ ਅੰਦਰ ਇੱਕ ਦਿਮਾਗ ਦੇ ਅੰਦਰ ਸੋਜਿਸ਼ ਆ ਜਾਂਦੀ ਹੈ ਜੀ ਬੱਚੇ ਦੇ। ਬਹਰਹਾਲ ਡਾਕਟਰ ਸਾਹਿਬ, ਅਗਰ ਬੁਖਾਰ ਤੋਂ ਬਚਾਅ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਕੋਈ ਵੈਕਸੀਨੇਸ਼ਨ ਪ੍ਰੋਗਰਾਮ ਵੀ ਹੈ ਜਿਹੜਾ ਨਵਜਾਤ ਬੱਚਿਆਂ ਤੋਂ ਲੈ ਕੇ ਦੂਜੇ ਵੱਡਿਆਂ ਬੱਚਿਆਂ ਤੱਕ ਚਲਾਇਆ ਜਾਂਦਾ ਹੋਵੇ, ਤੇ ਤਾਂ ਜੋ ਉਹਨਾਂ ਨੂੰ ਕੱਲ੍ਹ ਨੂੰ ਅਗਰ ਬੁਖਾਰ ਹੋ ਵੀ ਜਾਵੇ ਤੇ ਉਹ ਜ਼ਿਆਦਾ ਘਾਤਕ ਸਿੱਧ ਨਾ ਹੋਵੇ? ਬਿਲਕੁਲ, ਜਿਸ ਤਰ੍ਹਾਂ ਕਿ ਜੰਮਦੇ ਬੱਚੇ ਨੂੰ ਅਸੀਂ ਵੈਕਸੀਨੇਸ਼ਨ ਲਗਾਉਣੀ ਸ਼ੁਰੂ ਕਰ ਦਿੰਦੇ ਹਾਂ। ਜੀ। ਕੁਛ ਇੱਕ ਬਿਮਾਰੀਆਂ ਜਿਹੜੀਆਂ ਬਹੁਤ ਘਾਤਕ ਰਹੀਆਂ ਸਾਡੇ ਆਲ ਓਵਰ ਵਰਲਡ ਦੇ ਵਿੱਚ ਔਰ ਸਾਡੇ ਇੰਡੀਆ ਦੇ ਵਿੱਚ, ਜਿਸ ਤਰ੍ਹਾਂ ਕਿ DPT ਦੇ ਇੰਜੈਕਸ਼ਨ ਬੱਚਿਆਂ ਨੂੰ ਲੱਗਦੇ ਨੇ, ਡਿਪਥੀਰੀਆ, ਪਰਟਿਊਸਿਸ ਔਰ ਟੈਟਨਸ, ਇਹ ਬਹੁਤ ਹੀ ਘਾਤਕ ਬਿਮਾਰੀਆਂ ਸੀਗੀਆਂ ਕਿ ਗਲੇ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਹੋ ਜਾਂਦੀ ਸੀ। ਗਲੇ ਦੇ ਅੰਦਰ ਉਹ ਇੱਕ ਬਣ ਜਾਂਦੀ ਸੀਗੀ, ਲੇਅਰ ਬਣ ਜਾਂਦੀ ਸੀ, ਜਿਹਦੇ ਨਾਲ ਕਿ ਬੱਚੇ ਨੂੰ ਸਾਹ ਰੁਕ ਜਾਂਦਾ ਸੀਗਾ, ਔਰ ਉਸ ਬਿਮਾਰੀਆਂ ਤੋਂ ਅਸੀਂ ਵੈਕਸੀਨੇਸ਼ਨ ਨਾਲ ਬਚਾਉਣਾ ਸ਼ੁਰੂ ਕੀਤਾ। ਟੈਟਨਸ, ਜਿਹੜੀ ਕਿ ਮਾਂ ਦੇ ਬੱਚੇ ਦੇ ਪੈਦਾ ਹੋਣ 'ਤੇ ਹੀ ਬੱਚੇ ਨੂੰ ਮਾਂ ਤੋਂ ਟੈਟਨਸ ਹੋ ਜਾਂਦੀ ਸੀ, ਉਹ ਵੀ ਅਸੀਂ ਮਾਂ ਨੂੰ ਵੈਕਸੀਨ ਲਗਾ ਕੇ ਮਾਂ ਨੂੰ 6ਵੇਂ 7ਵੇਂ 8ਵੇਂ ਮਹੀਨੇ ਦੇ ਵਿੱਚ ਵੈਕਸੀਨ ਟੈਟਨਸ ਦੀ ਲਗਾ ਕੇ ਬੱਚੇ ਨੂੰ ਅਸੀਂ ਟੈਟਨਸ ਫ੍ਰੀ ਪੈਦਾ ਕਰਦੇ ਹਾਂ। ਪਰ ਫਿਰ ਵੀ ਅਸੀਂ ਬੱਚੇ ਨੂੰ 1.5 ਮਹੀਨੇ 2.5 ਮਹੀਨੇ ਔਰ 3.5 ਮਹੀਨੇ ਦੇ ਵਿੱਚ ਪੋਲੀਓ ਔਰ DPT ਦੇ ਇੰਜੈਕਸ਼ਨ, ਜਿਹੜੇ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਲੱਗਦੇ ਨੇ, ਉਸ ਤੋਂ ਅਸੀਂ ਬਚਾ ਸਕਦੇ ਹਾਂ। ਇਸ ਤਰ੍ਹਾਂ ਦੀਆਂ ਹੋਰ ਬੜੀਆਂ ਬਿਮਾਰੀਆਂ ਨੇ ਜਿਹੜੀਆਂ ਹੈਪੇਟਾਈਟਸ B ਹੈ, ਨਿਮੋਨੀਆ ਹੈ, ਇਸ ਤਰ੍ਹਾਂ ਦੀ ਵੈਕਸੀਨਸ ਵਾਸਤੇ ਗੌਰਮੈਂਟ ਬਹੁਤ ਹੀ ਸੁਚਾਰੂ ਹੈ ਔਰ ਪੂਰੇ ਰੂਪ ਦੇ ਨਾਲ ਬੱਚਿਆਂ ਨੂੰ ਫ੍ਰੀ ਇੰਜੈਕਸ਼ਨ ਲਗਾ ਰਹੀ ਹੈ ਸਾਰੀ ਉਹਦੇ ਦੇ ਵਿੱਚ। ਜੀ। ਇਸ ਤਰ੍ਹਾਂ ਹੀ ਕੋਵਿਡ ਵੀ ਹੈ, ਕੋਵਿਡ ਵਾਸਤੇ ਵੀ ਗੌਰਮੈਂਟ ਫ੍ਰੀ ਇੰਜੈਕਸ਼ਨ ਲਗਾ ਰਹੀ ਹੈ ਸਾਰੀਆਂ ਡਿਸਪੈਂਸਰੀਆਂ ਦੇ ਵਿੱਚ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈਪੇਟਾਈਟਸ ਦੀ, ਹੈਪੇਟਾਈਟਸ ਦੀਆਂ ਕਿੰਨੇ ਤਰੀਕੇ ਦੀਆਂ ਕਿਸਮਾਂ ਹੁੰਦੀਆਂ ਨੇ ਤੇ ਕੀ ਇਹਦੀ ਸ਼ੁਰੂਆਤ ਵੀ ਬੁਖਾਰ ਤੋਂ ਹੀ ਹੁੰਦੀ ਹੈ? ਹੈਪੇਟਾਈਟਸ 6 ਤਰੀਕੇ ਦਾ ਹੁੰਦਾ ਹੈ। ਜੀ। ਹੈਪੇਟਾਈਟਸ ਹੀ ਉਹਨੂੰ ਕਹਿੰਦੇ ਆ ਕਿ ਲੀਵਰ ਦੀ ਸੋਜਸ਼। ਜੀ। ਇਹ ਵੀ ਇੱਕ ਟਾਈਪ ਦਾ ਵਾਇਰਸ ਹੁੰਦਾ ਹੈ। ਇਹਦੇ ਵਿੱਚ A, B, C, E, F ਇਸ ਤਰ੍ਹਾਂ ਦੇ ਬੁਖਾਰ ਹੁੰਦੇ ਨੇ, ਜਿਨ੍ਹਾਂ ਵਾਸਤੇ ਅਲੱਗ-ਅਲੱਗ ਇਹਨਾਂ ਨੂੰ ਆਇਡੈਂਟੀਫਾਈ ਕਰਨ ਵਾਸਤੇ ਅਲੱਗ-ਅਲੱਗ ਟੈਸਟ ਬਣੇ ਨੇ।
ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਲੱਛਣ ਹੁੰਦਾ ਹੈ, ਮਰੀਜ਼ ਨੂੰ 3-4 ਦਿਨ ਪਹਿਲੇ ਬੁਖਾਰ ਸ਼ੁਰੂ ਹੋ ਜਾਂਦਾ ਹੈ, ਭੁੱਖ ਮਰ ਜਾਂਦੀ ਹੈ, ਉਲਟੀ ਆਣੀ ਸ਼ੁਰੂ ਹੋ ਜਾਂਦੀਆਂ, ਫਿਰ ਉਹਦੀਆਂ ਅੱਖਾਂ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਿਹਨੂੰ ਅਸੀਂ ਜਰਕਣ ਵੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਔਰ ਇਹ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਵੀ ਡਾਕਟਰ ਕੋਲ ਇਹ ਬੰਦਾ ਜਾਏਗਾ ਤੇ ਉਹਨੂੰ ਚਾਹੀਦਾ ਹੈ ਕਿ ਇਹਨੂੰ ਆਇਡੈਂਟੀਫਾਈ ਕਰੇ, ਇਹਨੂੰ ਪਹਿਚਾਨ ਕਰੇ ਕਿ ਇਸ ਬੰਦੇ ਨੂੰ ਕਿਸ ਟਾਈਪ ਦਾ ਜੌਂਡਿਸ ਹੈ। ਇਹਦੇ ਵਿੱਚੋਂ 2 ਤਰੀਕੇ ਦੇ ਜਿਹੜੇ ਹੈਪੇਟਾਈਟਸ ਨੇ ਉਹ ਬਹੁਤ ਖਤਰਨਾਕ ਨੇ, ਹੈਪੇਟਾਈਟਸ ਬੀ ਤੇ ਸੀ। ਇਹਨਾਂ ਵਿੱਚੋਂ 2 ਦੀ ਵੈਕਸੀਨ ਬਣ ਗਈ ਹੋਈ ਹੈ, ਹੈਪੇਟਾਈਟਸ ਏ ਦੀ ਜਿਹੜੇ ਕਿ ਜਨਮ ਤੋਂ ਬਾਅਦ ਵੀ ਬੱਚਿਆਂ ਨੂੰ ਲੱਗਦੀ ਹੈ, ਔਰ ਬੀ ਜਿਹੜੀ ਹੈ ਵੱਡਿਆਂ ਨੂੰ ਵੀ ਲੱਗਦੀ ਹੈ। ਏ ਔਰ ਬੀ ਦੋਨੋਂ ਵੱਡਿਆਂ ਨੂੰ ਵੀ ਲੱਗਦੀ ਹੈ, ਜਿਸ ਤੋਂ ਅਸੀਂ ਬਚਾਇਆ ਜਾ ਸਕਦਾ ਹੈ। ਇਹ ਇੱਕ ਕਿਸਮ ਦਾ ਅਸੀਂ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਜੌਂਡਿਸ ਵੀ ਕਹਿੰਦੇ ਹਾਂ, ਜਿਹੜਾ ਕਿ ਬੇਸਿਕਲੀ ਸੈਲਫ ਕਿਉਰਿੰਗ ਹੁੰਦਾ ਹੈ, ਪਰ ਕਈ ਕੇਸਿਸ ਦੇ ਵਿੱਚ ਇਹ ਇੰਨਾ ਘਾਤਕ ਹੋ ਜਾਂਦਾ ਹੈ ਕਿ ਇਹ ਕੋਮਾ ਦੇ ਵਿੱਚ ਵੀ ਮਰੀਜ਼ ਚਲੇ ਜਾਂਦਾ ਹੈ, ਬੇਹੋਸ਼ੀ ਦੇ ਵਿੱਚ ਚਲੇ ਜਾਂਦਾ ਹੈ, ਜੇ ਕਿ ਕਿਸੇ ਬੰਦੇ ਦਾ ਬਿਲੀਰੂਬਿਨ ਬਹੁਤ ਜ਼ਿਆਦਾ ਵੱਧ ਜਾਵੇ ਤਾਂ। ਤੇ ਇਸ ਕਰਕੇ ਇਹਦੇ ਵਾਸਤੇ ਵੀ ਸਮੇਂ ਸਿਰ ਪਹੁੰਚ ਜਾਣਾ ਜਾਂ ਇਹਦੀ ਪਹਿਲੇ ਵੈਕਸੀਨ ਲਗਵਾ ਲੈਣਾ ਬਹੁਤ ਹੀ ਇਫੈਕਟਿਵ। ਜਿਹੜੇ ਇਹਦੇ ਚੋਂ 2 ਤਰੀਕੇ ਨੇ, 2 ਟਾਈਪ ਬੀ ਔਰ ਸੀ, ਉਹ ਬਹੁਤ ਘਾਤਕ ਨੇ। ਡਾਕਟਰ ਸਾਹਿਬ, ਅਗਰ ਅੱਗੇ ਆਪਾਂ ਹੈਪੇਟਾਈਟਸ ਦੇ ਕਾਰਨਾਂ ਦੀ ਗੱਲ ਕਰੀਏ ਜਾਂ ਇਹਦੇ ਲੱਛਣਾਂ ਦੇ ਬਾਰੇ ਤਾਂ ਤੁਸੀਂ ਦੱਸਿਆ ਹੀ, ਲੇਕਿਨ ਇਹਦੇ ਕਾਰਨ ਕੀ ਰਹਿੰਦੇ ਨੇ? ਕੀ ਸਾਡੀ ਜ਼ਿੰਦਗੀ ਦਾ ਖਾਣ ਪਾਣ ਦਾ ਅਸਰ ਹੁੰਦਾ ਹੈ ਜਾਂ ਹੋਰ ਕੋਈ ਕਾਰਨ ਹੁੰਦੇ ਨੇ ਇਹਦੇ ਵੀ, ਜਿਹੜਾ ਬੰਦਾ ਇਹਦਾ ਸ਼ਿਕਾਰ ਬਣਦਾ ਹੈ? ਦੇਖੋ, ਜਿਹੜਾ ਏ ਹੈ ਔਰ ਅੱਗੇ ਜਿਹੜੇ ਈ ਔਰ ਐਫ ਹੈ, ਇਹ ਜਿਹੜੇ ਨੇ ਇਹ ਪਾਣੀ ਦੀ ਬਿਮਾਰੀ ਹੈ ਜੀ। ਪਾਣੀ ਪੀਣ ਦੇ ਨਾਲ ਇਹ ਹੁੰਦੀਆਂ ਨੇ, ਮਤਲਬ ਕਿ ਜਿਹੜਾ ਅਸੀਂ ਗੰਦਾ ਪਾਣੀ ਪੀ ਲਿਆ, ਕਿਸੇ ਜਗ੍ਹਾ ਤੋਂ ਗੰਦਾ ਖਾਣਾ ਖਾ ਲਿਆ, ਉਸ ਤੋਂ ਬਿਮਾਰੀ ਹੁੰਦੀ ਹੈ। ਇਹ ਇੰਨੀ ਜ਼ਿਆਦਾ ਘਾਤਕ ਨਹੀਂ ਹੁੰਦੀ, ਇਹ ਬੇਸਿਕਲੀ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਹੈ, ਪਰ ਸਾਨੂੰ ਫਿਰ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਬਿਲੀਰੂਬਿਨ ਕਿਸੇ ਬੰਦੇ ਦਾ ਬਹੁਤ ਜ਼ਿਆਦਾ ਨਾ ਵੱਧ ਜਾਵੇ। ਇਸ ਕਰਕੇ ਅਸੀਂ ਹਫਤੇ ਬਾਅਦ ਉਸ ਪੇਸ਼ੈਂਟ ਦਾ ਟੈਸਟ ਕਰਦੇ ਰਹਿੰਦੇ ਹਾਂ। ਬਹੁਤ ਜ਼ਿਆਦਾ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ, ਪਰ ਫਿਰ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਤੇ ਦੂਸਰਾ ਜਿਹੜਾ ਬੀ ਔਰ ਸੀ ਹੈ, ਇਹ ਵੀ ਵਾਇਰਸ ਹੀ ਹੈ, ਇਹ ਬਹੁਤ ਘਾਤਕ ਹੈ। ਜਿਹੜੇ ਇਹ ਹੈਗੇ ਨੇ, ਇਹ ਤੁਹਾਨੂੰ ਅਨਸੇਫ ਸੈਕਸ ਨਾਲ ਵੀ ਹੋ ਜਾਂਦੇ ਨੇ ਜੀ। ਕੋਈ ਸਾਨੂੰ ਗਲਤ ਟੀਕਾ ਲਗਾ ਦੇਵੇ, ਗਲਤ ਟੀਕਾ ਦਾ ਮਤਲਬ ਹੈ ਕਿ ਇੱਕ ਬੰਦੇ ਨੂੰ ਸੂਈ ਲਗਾ ਕੇ ਦੂਸਰੇ ਬੰਦੇ ਨੂੰ ਸੂਈ ਲਗਾ ਦੇਵੇ, ਜਾਂ ਕਿਸੇ ਬੰਦੇ ਨੂੰ ਚੋਟ ਲੱਗ ਜਾਵੇ ਔਰ ਉਸ ਡਾਕਟਰ ਵੀ ਨੂੰ ਮਤਲਬ ਪੋਜ਼ਿਟਿਵ ਹੋਵੇ ਤੇ ਤਾਂ ਵੀ ਹੋ ਸਕਦਾ ਹੈ। ਤੇ ਕਈ ਵਾਰੀ ਫੈਮਿਲੀ ਦੇ ਵਿੱਚ ਵੀ ਹੁੰਦਾ ਹੈ ਕਿ ਜੇ ਫਾਦਰ ਜਾਂ ਮਦਰ ਹੈਪੇਟਾਈਟਸ ਬੀ ਪੋਜ਼ਿਟਿਵ ਹੈ ਤੇ ਬੱਚਾ ਹੈ, ਉਹ ਮਾਂ ਪਿਓ ਨੂੰ ਤਾਂ ਕੁਝ ਨਹੀਂ ਹੁੰਦਾ, ਬੱਚਿਆਂ ਨੂੰ ਵੀ ਕੁਝ ਨਹੀਂ ਹੁੰਦਾ, ਉਹ ਸਾਡੇ ਭਾਸ਼ਾ ਦੇ ਵਿੱਚ ਕਰੀਅਰ ਗਿਣੇ ਜਾਂਦੇ ਨੇ, ਪਰ ਉਹਨਾਂ ਨੂੰ ਹੁੰਦਾ ਨਹੀਂ ਕੋਈ ਕੁਝ ਵੀ, ਉਹ ਇਨਸੀਡੈਂਟਲ ਫਾਈਂਡਿੰਗ ਦੇ ਵਿੱਚ ਹੀ ਸਾਨੂੰ ਲੱਭ ਜਾਂਦੇ ਨੇ ਉਹ ਕੇਸ। ਇੱਕ ਹੋਰ ਸਭ ਤੋਂ ਵੱਡਾ ਕਾਰਨ ਹੈ ਇਹਦਾ ਸ਼ਰਾਬ ਜੀ। ਜਿਹੜਾ ਸ਼ਰਾਬ ਪੀਂਦੇ ਨੇ, ਬਹੁਤ ਐਲਕੋਹਲਿਕ ਹੁੰਦੇ ਨੇ, ਉਹਨਾਂ ਨੂੰ ਵੀ ਹੈਪੇਟਾਈਟਸ ਹੋ ਜਾਂਦਾ ਹੈ। ਇਹਦੇ ਵਿੱਚ ਇੱਕ ਦੂਸਰੀ ਟਰਮ ਵੀ ਹੈ, ਸਿਰੋਸਿਸ ਜੀ। ਸਿਰੋਸਿਸ ਦੇ ਵਿੱਚ ਜਿਹੜਾ ਬਹੁਤ ਬੰਦਾ ਐਲਕੋਹਲਿਕ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀਂਦਾ ਰਹਿੰਦਾ ਹੈ, ਉਹਨਾਂ ਦਾ ਲਿਵਰ ਸੁੱਕੜ ਜਾਂਦਾ ਹੈ। ਉਹ ਵੀ ਇੱਕ ਬਹੁਤ ਘਾਤਕ ਬਿਮਾਰੀ ਹੈ, ਉਹ ਵੀ ਠੀਕ ਹੋ ਸਕਦੀ ਹੈ ਜੇ ਆਦਮੀ ਚਾਹੇ ਕਿ ਮੈਂ ਐਲਕੋਹਲ ਬੰਦ ਕਰ ਦੇਵਾਂ ਔਰ ਉਹਦੇ ਆਪਣੀ ਇੱਛਾ ਸ਼ਕਤੀ ਦੇ ਨਾਲ ਐਲਕੋਹਲ ਬੰਦ ਰੱਖੇ, ਤੇ ਉਹ ਪੇਸ਼ੈਂਟ ਵੀ ਠੀਕ ਹੋ ਸਕਦਾ ਹੈ। ਡਾਕਟਰ ਸਾਹਿਬ, ਕਈ ਵਾਰ ਬੰਦਾ ਅਣਗਹਿਲੀ ਕਰਦਾ ਰਹਿੰਦਾ ਹੈ, ਬੰਦੇ ਨੂੰ ਖੰਘ ਹੁੰਦੀ ਰਹਿੰਦੀ ਹੈ, ਖਾਂਸੀ ਹੁੰਦੀ ਰਹਿੰਦੀ ਹੈ, ਤੇ ਉਹ ਕਈ ਵਾਰੀ ਅਣਗਹਿਲੀ ਬਹੁਤ ਮਹਿੰਗੀ ਪੈ ਜਾਂਦੀ ਹੈ, ਉਹ ਕਈ ਵਾਰ ਟੀਵੀ ਦਾ ਰੂਪ ਧਾਰਨ ਕਰ ਜਾਂਦੀ ਹੈ। ਟੀਵੀ ਕਿਸ ਤਰੀਕੇ ਦਾ ਰੋਗ ਹੈ ਤੇ ਇਹਦਾ ਆਮ ਬੰਦੇ ਨੂੰ ਕਿੱਦਾਂ ਪਤਾ ਲੱਗੇ ਕਿ ਯਾਰ ਉਹ ਟੀਵੀ ਦਾ ਜਿਹੜਾ ਹੈਗਾ ਉਹ ਸ਼ਿਕਾਰ ਹੋਣ ਵਾਲਾ ਹੈ? ਇਹ ਤੁਸੀਂ ਬਹੁਤ ਹੀ ਸਹੀ ਪੁੱਛਿਆ ਕਿ ਪਹਿਲਾ ਨੰਬਰ ਤਾਂ ਗਵਰਨਮੈਂਟ ਆਫ ਇੰਡੀਆ ਇਹਨੂੰ ਆਪਣੇ ਦੇਸ਼ ਦੇ ਵਿੱਚੋਂ ਐਰੈਡੀਕੇਸ਼ਨ ਪ੍ਰੋਗਰਾਮ ਵੀ ਚਲਾ ਰਹੀ ਹੈ ਜੀ। ਇਹਦੇ ਵਿੱਚ ਵੀ ਬੁਖਾਰ ਹੁੰਦਾ ਹੈ, ਟੀਬੀ ਹਰ ਇੱਕ ਸਾਡੇ ਸਰੀਰ ਦੇ ਹਿੱਸੇ ਦੀ ਟੀਬੀ ਹੋ ਸਕਦੀ ਹੈ, ਪਰ ਸਭ ਤੋਂ ਜ਼ਿਆਦਾ ਕਾਮਨ ਜਿਹੜੀ ਟੀਬੀ ਹੈ ਉਹ ਸਾਡੀ ਛਾਤੀ ਦੀ ਹੁੰਦੀ ਹੈ, ਲੰਗਸ ਦੀ ਹੁੰਦੀ ਹੈ, ਫੇਫੜਿਆਂ ਦੀ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਕਈ ਲੋਕ
ਕਈ ਇੱਕ ਆਪਣੀ ਖਾਂਸੀ ਨੂੰ ਕਾਫੀ ਦਿਨ ਤੱਕ ਇਗਨੋਰ ਕਰਦੇ ਰਹਿੰਦੇ ਨੇ। ਹੁਣ ਤਾਂ ਗਵਰਨਮੈਂਟ ਨੇ ਇੰਨੀਆਂ ਐਡਵਰਟਾਈਜ਼ਮੈਂਟ ਸ਼ੁਰੂ ਕਰ ਦਿੱਤੀਆਂ ਕਿ ਜੇ ਤੁਹਾਡੀ ਖਾਂਸੀ 15 ਦਿਨ ਦੇ ਵਿੱਚ ਠੀਕ ਨਹੀਂ ਹੁੰਦੀ ਤੇ ਆਪਣੇ ਨੂੰ ਟੀਬੀ ਦੇ ਵਾਸਤੇ ਚੈੱਕ ਕਰਾਓ। ਟੀਬੀ ਦੇ ਵਿੱਚ ਸਭ ਤੋਂ ਵੱਡਾ ਲੱਛਣ ਹੁੰਦਾ ਹੈ ਕਿ ਸ਼ਾਮ ਨੂੰ ਬੁਖਾਰ ਹੁੰਦਾ ਬੰਦੇ ਨੂੰ, ਉਹ ਬੰਦਾ ਸਵੇਰੇ ਠੀਕ ਹੁੰਦਾ ਹੈ, ਸ਼ਾਮ ਨੂੰ ਉਹਨੂੰ ਥੋੜਾ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਸਵੇਰੇ ਉਹ ਆਪੇ ਹੀ ਠੀਕ ਹੋ ਜਾਂਦਾ ਹੈ। ਇਸ ਕਰਕੇ ਉਹ ਇਸ ਚੀਜ਼ ਨੂੰ ਇਗਨੋਰ ਕਰਦਾ ਰਹਿੰਦਾ ਹੈ। ਛਾਤੀ ਦੇ ਵਿੱਚੋਂ ਉਹਦੇ ਬਲਗਮ ਆਉਣੀ ਸ਼ੁਰੂ ਹੁੰਦੀ ਹੈ, ਇਸ ਨੂੰ ਵੀ ਉਹ ਇਗਨੋਰ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਇਹ ਤਾਂ ਛੋਟੀ ਜਿਹੀ ਗੱਲ ਹੈ, ਕੋਈ ਗੱਲ ਨਹੀਂ ਹੈ। ਉਸ ਤੋਂ ਬਾਅਦ ਜਦੋਂ ਉਹ 15-20 ਦਿਨ ਤੋਂ ਉੱਪਰ ਹੋ ਜਾਂਦਾ ਹੈ, ਫਿਰ ਉਹਨੂੰ ਛਾਤੀ ਦੇ ਬਲਗਮ ਦੇ ਨਾਲ ਖੂਨ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਨੂੰ ਲੱਗਦਾ ਕਿ ਮੈਨੂੰ ਹੁਣ ਡਾਕਟਰ ਕੋਲ ਜਾਣਾ ਚਾਹੀਦਾ। ਉਸ ਵਕਤ ਕਈ ਕੇਸਿਸ ਦੇ ਵਿੱਚ ਥੋੜੀ ਦੇਰੀ ਹੋ ਜਾਂਦੀ ਹੈ, ਪਰ ਉਹਦੇ ਵਿੱਚ ਜੇ ਉਹ ਫਿਰ ਵੀ ਟਾਈਮ ਸਿਰ ਪਹੁੰਚ ਜਾਵੇ ਤਾਂ ਉਹ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ, ਇਹਦੇ ਵਿੱਚ ਵੀ ਗਵਰਨਮੈਂਟ ਕਈ ਅਲੱਗ ਟੀਬੀ ਹਸਪੀਟਲ ਬਣਾਏ ਹੋਏ ਨੇ, ਜਿਹਦੇ 'ਚ ਗਵਰਨਮੈਂਟ 6 ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਫ੍ਰੀ ਇਲਾਜ ਕਰਦੀ ਹੈ, ਫ੍ਰੀ ਟੈਸਟ ਕਰਦੀ ਹੈ, ਫ੍ਰੀ ਖੁਰਾਕ ਦਿੰਦੀ ਹੈ। ਔਰ ਮੈਂ ਇੱਥੋਂ ਤੱਕ ਵੀ ਹੁਣ ਸੁਣਿਆ ਕਿ ਗਵਰਨਮੈਂਟ 500 ਰੁਪਈਆ ਹਫਤਾ ਜਾਂ ਮਹੀਨਾ ਵੀ ਦਿੰਦੀ ਹੈ ਉਸ ਬੰਦੇ ਨੂੰ ਅੱਛੀ ਖੁਰਾਕ ਖਾਣ ਵਾਸਤੇ ਵੀ। ਡਾਕਟਰ ਸਾਹਿਬ, ਜਿਹੜਾ ਆਦਮੀ ਰੋਗੀ ਕੋਈ ਟੀਵੀ ਦਾ ਸ਼ਿਕਾਰ ਹੋਇਆ ਤੇ ਠੀਕ ਹੋ ਗਿਆ, ਤੇ ਉਸ ਤੋਂ ਬਾਅਦ ਕਿਹੜੇ ਐਸੇ ਜ਼ਰੂਰੀ ਅਹਿਤਿਆਤ ਨੇ ਜਿਹੜੇ ਉਹਨੂੰ ਵਰਤਣੇ ਚਾਹੀਦੇ ਨੇ ਸਾਰੀ ਜ਼ਿੰਦਗੀ, ਤਾਂ ਕਿ ਉਹ ਟੀਵੀ ਵਰਗੇ ਰੋਗ ਦਾ ਮੁੜ ਤੋਂ ਸ਼ਿਕਾਰ ਨਾ ਬਣ ਸਕੇ? ਸਭ ਤੋਂ ਪਹਿਲਾ ਨੰਬਰ ਤਾਂ ਉਹਨੂੰ ਖਾਂਸੀ ਨੂੰ ਆਪਣੀ ਨਹੀਂ ਵਧਾਉਣਾ ਚਾਹੀਦਾ ਜੀ। ਕੋਈ ਵੀ ਖਾਂਸੀ ਜੇ ਉਹਨੂੰ ਲੱਗੇ ਕਿ ਮੇਰੀ 15 ਦਿਨ ਤੋਂ ਜ਼ਿਆਦਾ ਵੱਧਦੀ ਪਈ ਹੈ ਤਾਂ ਉਹਨੂੰ ਇਮੀਡੀਏਟਲੀ ਆਪਣੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਠੀਕ ਹੈ। ਉਹ ਦੂਸਰਾ ਨੰਬਰ ਉਹਨੂੰ ਆਪਣੀਆਂ ਜਿਸ ਤਰ੍ਹਾਂ ਕਿ ਯੋਗਾ ਹੈ, ਪ੍ਰਾਣਾਯਾਮ ਹੈ, ਉਹ ਜ਼ਰੂਰ ਕਰਨਾ ਚਾਹੀਦਾ ਹੈ। ਤੀਸਰਾ ਨੰਬਰ ਉਹਨੂੰ ਆਪਣਾ ਹੀ ਐਕਸਰੇ ਕਰਵਾ ਕੇ ਦੇਖ ਲੈਣਾ ਚਾਹੀਦਾ ਹੈ ਡਾਕਟਰ ਦੀ ਸਲਾਹ ਤੋਂ ਬਾਅਦ ਕਿ ਵੀ ਮੈਨੂੰ ਉਹ ਲੱਛਣ ਕੋਈ ਦੁਬਾਰਾ ਤੇ ਨਹੀਂ ਹੋ ਰਹੇ। ਜਾਂ ਜਿਹੜਾ ਬੁਖਾਰ, ਜੇ ਕਿਸੇ ਬੰਦੇ ਨੂੰ ਖਾਂਸੀ ਨਹੀਂ ਵੀ ਹੈ, ਜਿਹੜਾ ਬੁਖਾਰ ਠੀਕ ਨਹੀਂ ਹੋ ਰਿਹਾ 15 ਦਿਨ ਤੋਂ ਵੀ ਜ਼ਿਆਦਾ, ਤਾਂ ਵੀ ਉਹਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ। ਉਹ ਵੀ ਕਿਸੇ ਵੀ ਸਰੀਰ ਦੇ ਹਿੱਸੇ ਦੀ ਟੀਬੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਕਿ ਛਾਤੀ ਦੀ। ਛਾਤੀ ਸਭ ਤੋਂ ਕਾਮਨ ਹੈ ਜੀ। ਡਾਕਟਰ ਸਾਹਿਬ, ਟੀਬੀ ਨੂੰ ਲੈ ਕੇ ਕੁਝ ਲੋਕਾਂ ਦੇ ਇਹ ਵੀ ਬਿਟਸ ਨੇ ਬਈ ਟੀਬੀ ਜਿਹੜੀ ਹੈਗੀ ਆ ਉਹ ਛੂਆ-ਛੂਤ ਦਾ ਰੋਗ ਹੈ ਤੇ ਟੀਬੀ ਵਾਲੇ ਬੰਦੇ ਨੂੰ ਟੋਟਲੀ ਆਪਣੇ ਤੋਂ ਅਲੱਗ ਕਰ ਦੇਣਾ ਚਾਹੀਦਾ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਇਹ ਦੂਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਸਭ ਤੋਂ ਪਹਿਲਾ ਨੰਬਰ ਤਾਂ ਉਸ ਮਰੀਜ਼ ਦੇ ਨਾਲ ਤੁਸੀਂ ਪੂਰੀ ਸਿੰਪਥੀ ਰੱਖੋ, ਭਾਵੇਂ ਤੁਹਾਡੇ ਘਰ ਦਾ ਹੀ ਬੰਦਾ ਹੈ, ਭਾਵੇਂ ਤੁਹਾਡਾ ਆਪਣਾ ਬੱਚਾ ਹੈ ਜਾਂ ਤੁਹਾਡਾ ਪਿਤਾ ਹੈ ਜਾਂ ਮਾਤਾ ਹੈ, ਕੋਈ ਐਸੀ ਗੱਲ ਨਹੀਂ ਹੈ। ਟੀਬੀ ਜੇ ਉਸ ਬੰਦੇ ਦੀ ਓਪਨ ਟੀਬੀ ਹੈ, ਓਪਨ ਟੀਬੀ ਅਸੀਂ ਉਹਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਥੁੱਕ ਦੇ ਵਿੱਚ ਬੈਕਟੀਰੀਆ ਆ ਰਹੇ ਨੇ ਜੀ, ਉਸ ਬੰਦੇ ਨੂੰ ਉਹਨਾਂ ਨੂੰ ਚਾਹੀਦਾ ਹੈ ਕਿ ਉਸ ਮਾਤਾ ਦੀ, ਉਸ ਬਜ਼ੁਰਗ ਦੀ ਜਿਹੜੀ ਬਲਗਮ ਹੈ ਉਹ ਮਿੱਟੀ ਦੇ ਵਿੱਚ ਜਾਂ ਰੇਤਾ ਦੇ ਵਿੱਚ ਥੁੱਕਣ ਔਰ ਉਹਨੂੰ ਫਿਰ ਉਹ ਮਿੱਟੀ ਦੇ ਵਿੱਚ ਹੀ ਦਬਾ ਦੇਣ ਜੀ, ਮਿੱਟੀ ਦੇ ਵਿੱਚ ਹੀ ਦਬਾ ਦੇਣ, ਤੇ ਜਿਹਦੇ ਨਾਲ ਉਹ ਰੋਗ ਫੈਲਣ ਤੋਂ ਬਚਾਇਆ ਜਾ ਸਕਦਾ ਹੈ। ਦੂਸਰਾ ਨੰਬਰ, ਉਹ ਮਰੀਜ਼ ਘਰ ਦੇ ਵਿੱਚ ਆਪਣਾ ਮਾਸਕ ਲਗਾ ਕੇ ਬੈਠਾ ਹੈ, ਘੱਟ ਤੋਂ ਘੱਟ ਜਦ ਤੱਕ ਉਹਦਾ ਟ੍ਰੀਟਮੈਂਟ 1 ਮਹੀਨੇ ਦਾ ਪੂਰਾ ਨਹੀਂ ਹੋ ਜਾਂਦਾ। ਉਹ 1 ਮਹੀਨੇ ਦੇ ਵਿੱਚ ਹੀ ਨੈਗੇਟਿਵ ਹੋ ਜਾਂਦਾ ਹੈ। ਮਤਲਬ ਕਿ ਨੈਗੇਟਿਵ ਦਾ ਮੇਰਾ ਮਤਲਬ ਹੈ ਕਿ ਉਹਦੀ ਥੁੱਕ ਨੈਗੇਟਿਵ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹ ਘਰ ਦੇ ਵਿੱਚ ਇੱਕ ਨਾਰਮਲ ਆਦਮੀ ਦੀ ਤਰ੍ਹਾਂ ਘੁੰਮ ਫਿਰ ਸਕਦਾ ਹੈ। ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਕਦੀ ਵੀ ਆਪਣੇ ਡਾਕਟਰ ਤੋਂ ਸਲਾਹ ਤੋਂ ਬਗੈਰ ਦਵਾਈ ਨਹੀਂ ਬੰਦ ਕਰਨੀ। ਇਹਦੀ ਦਵਾਈ ਘੱਟ ਤੋਂ ਘੱਟ 6 ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਹੁੰਦੀ ਹੈ ਔਰ ਕਈਆਂ ਨੂੰ ਥੋੜਾ ਜ਼ਿਆਦਾ ਵੀ ਹੋ ਸਕਦੀ ਹੈ ਉਹ, ਪਰ ਆਪਣੇ ਡਾਕਟਰ ਦੀ ਸਲਾਹ ਤੋਂ ਬਗੈਰ ਕਦੀ ਦਵਾਈ ਨਹੀਂ ਬੰਦ ਕਰਨੀ। ਇਹ ਵੀ ਇੱਕ ਬਚਾਅ ਦਾ ਸਭ ਤੋਂ ਵੱਡਾ ਕਾਰਨ ਹੈ। ਜਿਹੜੇ ਲੋਕ ਵਿਚਕਾਰ ਦਵਾਈ ਛੱਡ ਜਾਂਦੇ ਨੇ ਕਿਉਂਕਿ ਉਹ ਛੇਤੀ ਠੀਕ ਹੋ ਜਾਂਦੇ ਨੇ, ਉਹਨਾਂ ਦੇ ਲੱਛਣ ਛੇਤੀ ਠੀਕ ਹੋ ਜਾਂਦੇ ਨੇ, ਉਹ ਸੋਚਦੇ ਆ ਅਸੀਂ ਠੀਕ ਹੋ ਗਏ, ਹੁਣ ਸਾਨੂੰ ਹੋਰ ਦਵਾਈ ਖਾਣ ਦੀ ਕੀ ਲੋੜ ਹੈ ਜੀ। ਪਰ ਜਦੋਂ ਉਹਨਾਂ ਨੂੰ ਦੁਬਾਰਾ ਟੀਬੀ ਹੁੰਦੀ ਹੈ ਤੇ ਉਹ ਫਿਰ ਬਹੁਤ ਮਹਿੰਗਾ ਇਲਾਜ ਹੈ ਔਰ ਬਹੁਤ ਹੀ ਮੁਸ਼ਕਲ ਠੀਕ ਹੁੰਦੇ ਹੈ ਜੀ। ਦੋਸਤੋ, ਬਹਰਹਾਲ ਡਾਕਟਰ ਅਸ਼ਵਨੀ ਮਲਹੋਤਰਾ ਜੀ ਦੀ ਗੱਲਾਂ ਰਾਹੀਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਹੈ ਕਿ ਟੀਬੀ ਜਿਹੜਾ ਹੈਗਾ ਉਹ ਬੇਹੱਦ ਘਾਤਕ ਰੋਗ ਹੈ। ਲਿਹਾਜ਼ਾ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਸਮਝਦੇ ਹੋਏ ਆਪਣਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਡਾਕਟਰ ਸਾਹਿਬ ਮੰਨਿਆ ਜਾਵੇ ਕਿ ਟੀਬੀ ਵਰਗੀ ਬਿਮਾਰੀ ਹੈ ਜਾਂ ਹੋਰ ਇਹਦੇ ਨਾਲ ਜਿਵੇਂ ਹੈਪੇਟਾਈਟਸ ਵਗੈਰਾ ਦੀ ਬਿਮਾਰੀ ਹੈ, ਕੀ ਇਹ ਬਿਮਾਰੀਆਂ ਜਿਹੜੀ ਇਹਨਾਂ ਦੀ ਜੜ ਹੈ ਉਹ ਕਿਤੇ ਨਾ ਕਿਤੇ ਗੰਦਾ ਪਾਣੀ ਜਦੋਂ ਬਾਡੀ ਦੇ ਅੰਦਰ ਚਲਾ ਜਾਂਦਾ ਹੈ ਜਾਂ ਕੋਈ ਬੈਕਟੀਰੀਆ ਵਾਲੀ ਗੰਦੀ ਚੀਜ਼ ਬੰਦਾ ਖਾ ਲੈਂਦਾ ਹੈ, ਕੀ ਮੁੱਖ ਕਾਰਨ ਇਹਦਾ ਇਹੀ? ਹੈਪੇਟਾਈਟਸ ਜਿਹੜਾ ਹੈ ਏ ਹੈ ਔਰ ਈ, ਇਸ ਤਰ੍ਹਾਂ ਦੇ ਜਿਹੜੇ 2-3 ਤਰੀਕੇ ਦੇ ਹੈਪੇਟਾਈਟਸ ਹੈ ਉਹ ਪਾਣੀ ਦੀ ਬਿਮਾਰੀ ਹੈ। ਜਿਸ ਤਰ੍ਹਾਂ ਟਾਈਫਾਇਡ ਹੈ ਉਹ ਵੀ ਪਾਣੀ ਦੀ ਬਿਮਾਰੀ ਹੈ, ਪਰ ਜਿਹੜੇ ਬੀ ਐਂਡ ਸੀ ਹੈ ਉਹ ਖੂਨ ਤੋਂ ਟ੍ਰਾਂਸਫਰ ਹੁੰਦੇ ਹੈ। ਜਿਸ ਤਰ੍ਹਾਂ ਕਿ ਕਿਸੇ ਨੂੰ ਗਲਤ ਖੂਨ ਚੜਾਤਾ, ਕਿਸੇ ਨੇ ਉਹਨੂੰ ਗਲਤ ਸੂਈ ਲਗਾਤੀ, ਜਾਂ ਕਿਸੇ ਦੰਦਾਂ ਵਾਲੇ ਡਾਕਟਰ ਨੇ ਉਸ ਬੰਦੇ ਨੂੰ ਟਰੀਟ ਕੀਤਾ, ਇਸ ਤਰ੍ਹਾਂ ਦੀ ਬਿਮਾਰੀ, ਔਰ ਅਨਸੇਫ ਸੈਕਸ ਕੀਤਾ ਕਿਸੇ ਬੰਦੇ ਨਾਲ, ਤੇ ਉਹਦੇ ਨਾਲ ਹੀ ਇਹ ਫੈਲਦੀ ਹੈ। ਇਹ ਤੋਂ ਬਚਾਇਆ ਜਾ ਸਕਦਾ ਹੈ। ਬਾਕੀ ਜਿਹੜੀ ਟੀਵੀ ਹੈ ਉਹਨੂੰ ਅਸੀਂ ਸਭ ਤੋਂ ਵੱਡਾ ਇਹ ਕਹਿੰਦੇ ਹਾਂ ਕਿ ਹਰ ਕਿਸੇ ਵੀ ਬੰਦੇ ਵਾਸਤੇ ਇਹ ਸਿੱਖਿਆ ਹੈ ਕਿ ਉਹ ਜਗ੍ਹਾ ਜਗ੍ਹਾ ਨਾ ਥੁੱਕੇ, ਉਹ ਆਪਣੇ ਜੇਬ ਦੇ ਵਿੱਚ ਟਿਸ਼ੂ ਪੇਪਰ ਰੱਖੇ, ਔਰ ਜਿਹੜੇ ਵੀ ਬੰਦਾ ਹੈ ਭਾਵੇਂ ਉਹ ਨਾਰਮਲ ਵੀ ਆਪਣੇ ਆਪ ਨੂੰ ਸਮਝਦਾ ਹੈ, ਉਹਨੂੰ ਕਦੇ ਜਗ੍ਹਾ ਜਗ੍ਹਾ ਦੇ ਉੱਤੇ ਨਹੀਂ ਥੁੱਕਣਾ ਚਾਹੀਦਾ। ਆਪਣੇ ਟਿਸ਼ੂ ਪੇਪਰ ਦੇ ਵਿੱਚ ਥੁੱਕ ਕੇ ਔਰ ਉਹਨੂੰ ਪ੍ਰੋਪਰਲੀ ਉਹਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਸਾਡੀ ਸੰਸਥਾ ਨੇ ਜਿਹੜੀ ਕਿ ਇੱਕ ਨੀਮਾ ਐਸੋਸੀਏਸ਼ਨ ਹੈ, ਉਹਨੇ ਕਈ ਅਭਿਆਨ ਚਲਾਏ, ਡੂ ਨਾਟ ਸਪਿਟ ਅਭਿਆਨ, ਕਿ ਜਗ੍ਹਾ ਜਗ੍ਹਾ ਦੇ ਉੱਤੇ ਨਾ ਥੁੱਕੋ, ਜਿਹੜਾ ਗੌਰਮੈਂਟ ਹੁਣ ਇਸ ਵਕਤ ਬਹੁਤ ਹੀ ਜ਼ਿਆਦਾ ਫੈਲਾ ਰਹੀ ਹੈ। ਅਸੀਂ ਬੜੀ ਦੁਨੀਆ ਦੇ ਵਿੱਚ ਇਹ ਮੈਸੇਜ ਦਿੱਤਾ ਕਿ ਡੂ ਨਾਟ ਸਪਿਟ, ਹਰ ਬੰਦੇ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਬਿਲਕੁਲ ਨਹੀਂ ਥੁੱਕਣਾ ਚਾਹੀਦਾ। ਇਹਦੇ ਨਾਲ ਵੀ ਅਸੀਂ ਬੜੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਚੈਨਲ ਦੇ ਰੂਬਰੂ ਹੋਏ ਅਤੇ ਹੈਲਥ ਮੰਤਰਾ ਦੇ ਰਾਹੀਂ ਸਾਨੂੰ ਇਹ ਜਿਹੜੀਆਂ ਜਾਣਕਾਰੀਆਂ ਨੇ ਉਹ ਮੁਹੱਈਆ ਕਰਵਾਈਆਂ। ਬਹੁਤ ਬਹੁਤ ਧੰਨਵਾਦ। ਬਹਰਹਾਲ ਦੋਸਤੋ, ਹੈਲਥ ਮੰਤਰਾ ਦਾ ਇਹ ਸਫ਼ਰ ਅੱਜ ਇੱਥੇ ਹੀ ਖਤਮ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਸਨ ਡਾਕਟਰ ਅਸ਼ਵਨੀ ਮਲਹੋਤਰਾ ਜੀ, ਜਿਹੜੇ ਕਿ ਜਨਰਲ ਫਿਜ਼ੀਸ਼ੀਅਨ ਨੇ। ਉਹਨਾਂ ਦੀਆਂ ਗੱਲਾਂ ਨੂੰ ਸਮਝਦੇ ਹੋਏ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਕਿਸੇ ਵੀ ਰੋਗ ਨੂੰ ਅਗਰ ਅਣਦੇਖਾ ਕੀਤਾ ਜਾਵੇ ਤਾਂ ਉਹ ਬੇਹੱਦ ਘਾਤਕ ਹੋ ਸਕਦਾ ਹੈ, ਅਤੇ ਉਸ ਦੇ ਘਾਤਕ ਬਣਨ ਤੋਂ ਪਹਿਲਾਂ ਉਸ ਦਾ ਸਹੀ ਇਲਾਜ ਸਮੇਂ ਸਿਰ ਕੀਤਾ ਜਾਵੇ, ਸਮੇਂ ਸਿਰ ਡਾਕਟਰ ਕੋਲ ਪਹੁੰਚ ਬਣਾਈ ਜਾਵੇ। ਇਹ ਉਸ ਰੋਗ ਤੋਂ ਬਚਣ ਦਾ ਤਰੀਕਾ ਹੈ। ਬਹਰਹਾਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਾਹਰ ਡਾਕਟਰ ਦੇ ਨਾਲ। ਹੁਣ ਮੈਨੂੰ ਯਾਨੀ ਗਗਨਦੀਪ ਨਾਰੰਗ ਨੂੰ ਤੁਸੀਂ ਦਿਓ ਇਜਾਜ਼ਤ, ਫਿਰ ਹੋਵੇਗੀ ਮੁਲਾਕਾਤ। ਲੇਕਿਨ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।